ਆਪ ਸਭ ਦਾ ਸਵਾਗਤ ਹੈ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਦਾ ਇਤਿਹਾਸ ਪਾਰਟ 2। ਜੋ ਪਾਰਟ 1 ਹੈ ਉਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚੋਂ ਮਿਲ ਜਾਵੇਗਾ ਅਤੇ ਬਾਕੀ ਵੀਡੀਓਜ਼ ਦਾ ਵੀ ਲਿੰਕ ਤੁਹਾਨੂੰ ਉੱਥੋਂ ਹੀ ਮਿਲ ਜਾਵੇਗਾ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ, ਜੋ ਕਿ ਸੰਬੰਧਿਤ ਰਹੇਗੀ ਸਿੱਖ ਇਤਿਹਾਸ ਦੇ ਬਾਰੇ। ਹਾਂਜੀ, ਹੁਣ ਤੱਕ ਆਪਾਂ ਜੋ ਪੰਜਾਬ ਦਾ ਇਤਿਹਾਸ ਪੜ੍ਹਿਆ ਉਹ ਗੁਰੂ ਨਾਨਕ ਦੇਵ ਜੀ ਤੱਕ ਦਾ ਪੜ੍ਹ ਚੁੱਕੇ ਹਾਂ ਅਤੇ ਅੱਜ ਆਪਾਂ ਗੁਰੂ ਅੰਗਦ ਦੇਵ ਜੀ ਤੋਂ ਕਲਾਸ ਸਟਾਰਟ ਕਰਾਂਗੇ। ਗੁਰੂ ਅੰਗਦ ਦੇਵ ਜੀ ਜੋ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ, ਉਹਨਾਂ ਦਾ ਗੁਰਗੱਦੀ ਕਾਲ ਸੀ ਜੀ 1539 ਤੋਂ 1552 ਤੱਕ ਦਾ। ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਸੀ ਅਤੇ ਇਹਨਾਂ ਦਾ ਮੁੱਢਲਾ ਨਾਮ ਸੀ ਭਾਈ ਲਹਿਣਾ, ਅਤੇ ਗੁਰੂ ਨਾਨਕ ਦੇਵ ਜੀ ਨੇ ਹੀ ਇਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ ਸੀ। ਅੰਗਦ ਤੋਂ ਭਾਵ ਉਹ ਆਪਣੀ ਸਰੀਰ ਦਾ ਹੀ ਇੱਕ ਅੰਗ ਮੰਨਦੇ ਸੀ ਉਹਨਾਂ ਨੂੰ, ਇਸ ਕਰਕੇ ਉਹਨਾਂ ਦਾ ਨਾਮ ਅੰਗਦ ਦੇਵ ਜੀ ਰੱਖਿਆ ਗਿਆ। ਜਨਮ ਹੋਇਆ ਜੀ ਗੁਰੂ ਅੰਗਦ ਦੇਵ ਜੀ ਦਾ 1504 ਮੱਤੇ ਦੀ ਸਰਾਏ ਮੁਕਤਸਰ ਸਾਹਿਬ ਵਿਖੇ। ਪਿਤਾ ਦਾ ਨਾਮ ਫੇਰੂਮਲ, ਮਾਤਾ ਦਾ ਨਾਮ ਸਵਰਾਈ ਦੇਵੀ ਸੀ। ਗੁਰਗੱਦੀ ਇਹਨਾਂ ਨੂੰ ਬਖਸ਼ੀ ਜੀ 1539 ਦੇ ਵਿੱਚ। ਬਚਪਨ ਇਹਨਾਂ ਦਾ ਬੀਤਿਆ ਮੱਤੇ ਦੀ ਸਰਾਏ, ਹਰੀਕੇ ਅਤੇ ਖਡੂਰ ਸਾਹਿਬ। ਪਹਿਲਾਂ ਭਗਤ ਸੀਗੇ ਜੋ ਇਹ ਮਾਂ ਦੁਰਗਾ ਦੇ ਸੀ। ਇਹਨਾਂ ਦਾ ਵਿਆਹ ਜੀ ਜੋ ਉਹ ਹੋਇਆ 1519 ਨੂੰ ਬੀਬੀ ਖੀਵੀ ਨਾਲ। 2 ਪੁੱਤਰਾਂ ਦਾ ਜਨਮ ਹੋਇਆ ਅਤੇ 2 ਪੁੱਤਰੀਆਂ ਦਾ। ਪੁੱਤਰ ਸੀ ਦਾਤੂ ਅਤੇ ਦਾਸੂ, ਪੁੱਤਰੀਆਂ ਸੀ ਬੀਬੀ ਅਮਰੋ, ਬੀਬੀ ਅਨੋਖੀ। ਧਾਰਮਿਕ ਸਰਗਰਮੀਆਂ ਦਾ ਕੇਂਦਰ ਖਡੂਰ ਸਾਹਿਬ ਅਤੇ ਜ਼ਿਲ੍ਹਾ ਅੰਮ੍ਰਿਤਸਰ ਸੀ, ਜਿਸ ਦਾ ਨਗਰ ਦੀ ਸਥਾਪਨਾ ਕਰੀ ਸੀ ਜੋ ਗੋਇੰਦਵਾਲ ਨਗਰ ਦੀ ਇਹਨਾਂ ਨੇ ਸਥਾਪਨਾ ਕਰੀ। ਗੁਰਮੁਖੀ ਲਿਪੀ ਨੂੰ ਲੋਕਪ੍ਰਿਯ ਬਣਾਇਆ। ਕਈ ਵਾਰ ਕੁਐਸਚਨ ਆ ਜਾਂਦਾ ਕਿ ਆਧੁਨਿਕ ਸੰਸ਼ੋਧਿਤ ਰੂਪ ਗੁਰਮੁਖੀ ਲਿਪੀ ਦਾ ਕਿਸ ਨੇ ਪੇਸ਼ ਕੀਤਾ? ਉਹ ਕੀਤਾ ਸੀ ਜੀ ਗੁਰੂ ਅੰਗਦ ਦੇਵ ਜੀ ਨੇ। ਗੁਰਮੁਖੀ ਭਾਸ਼ਾ ਜਿਹੜੀ ਲਿਪੀ ਹੈ, ਇਹਦੇ ਵਿੱਚ ਲਿਖਿਆ ਗਿਆ ਪਹਿਲਾ ਗ੍ਰੰਥ ਹੈ ਆਦਿ ਗ੍ਰੰਥ ਸਾਹਿਬ। 2 ਸੰਸਥਾਵਾਂ ਦਾ ਇਹਨਾਂ ਨੇ ਵਿਕਾਸ ਕੀਤਾ, ਸੰਗਤ ਅਤੇ ਪੰਗਤ, ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਸੀ। ਉਹਨਾਂ ਨੇ ਸਟਾਰਟ ਕਰੀ ਸੀ ਸੰਗਤ ਅਤੇ ਪੰਗਤ, ਉਹਨਾਂ ਦਾ ਇਹਨਾਂ ਨੇ ਵਿਕਾਸ ਕੀਤਾ। ਗੋਇੰਦਵਾਲ ਦੀ ਨੀਂਹ ਇਹਨਾਂ ਨੇ 1546 ਦੇ ਵਿੱਚ ਰੱਖੀ ਅਤੇ ਜੋ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ਗਿਆ ਉਹ ਤੀਜੇ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ। ਅਗਰ ਉਹ ਨਗਰ ਪੁੱਛਦੇ ਨੇ ਤਾਂ ਨਗਰ ਜਿਹੜਾ ਵਸਾਇਆ ਸੀ ਜਾਂ ਆਪਾਂ ਕਹਦੇ ਸਥਾਪਨਾ ਕੀਤੀ ਸੀ, ਗੋਇੰਦਵਾਲ ਦੀ ਨੀਂਹ ਰੱਖੀ ਸੀ, ਉਹ ਗੁਰੂ ਅੰਗਦ ਦੇਵ ਜੀ ਨੇ 1546 'ਚ ਰੱਖੀ ਸੀ ਅਤੇ ਉੱਥੇ ਬਾਉਲੀ ਜਿਹੜੀ ਬਣਾਈ ਗਈ ਉਹਦਾ ਨਿਰਮਾਣ ਕਰਵਾਇਆ ਸੀ ਗੁਰੂ ਅਮਰਦਾਸ ਜੀ ਨੇ ਜੀ। ਸੋ ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ। ਇਹਨਾਂ ਦੀ ਪਤਨੀ ਬੀਬੀ ਖੀਵੀ ਜੋ ਕਿ ਖਡੂਰ ਸਾਹਿਬ ਵਿਖੇ ਲੰਗਰ ਦਾ ਪ੍ਰਬੰਧ ਕਰਦੇ ਸੀ। ਉਦਾਸੀ ਮੱਤ ਦਾ ਜੋ ਸੰਸਥਾਪਕ ਸੀਗੇ ਬਾਬਾ ਸ਼੍ਰੀ ਚੰਦ, ਗੁਰੂ ਨਾਨਕ ਦੇਵ ਜੀ ਦੇ ਪੁੱਤਰ, ਉਹਨਾਂ ਦਾ ਇਹਨਾਂ ਨੇ ਖੰਡਨ ਕੀਤਾ ਸੀ, ਵਿਰੋਧ ਕੀਤਾ ਸੀ ਉਦਾਸੀ ਮੱਤ ਦਾ। ਇਹਨਾਂ ਦੇ ਦਰਬਾਰ ਦੇ ਵਿੱਚ ਮੁੱਖ ਰਾਗੀ ਸੀ ਸੱਤਾ ਅਤੇ ਵਲਵਡ, ਜਿਨ੍ਹਾਂ ਨੇ ਕੁਛ ਕਾਰਨਾਂ ਕਰਕੇ ਜਿਹੜੇ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨਾਲ ਨਾਰਾਜ਼ ਹੋ ਗਏ ਸੀ। ਮੁਗਲ ਬਾਦਸ਼ਾਹ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਹਿਮਾਯੂ ਸੀ ਜੋ ਇਹਨਾਂ ਨੂੰ ਖਡੂਰ ਸਾਹਿਬ ਮਿਲਣ ਦੇ ਲਈ ਆਇਆ ਸੀ ਗੁਰੂ ਅੰਗਦ ਦੇਵ ਜੀ ਨੂੰ, ਅਤੇ ਇਹਨਾਂ ਦੇ 62 ਸ਼ਬਦ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ। ਇਹਨਾਂ ਦਾ ਗੁਰਗੱਦੀ ਕਾਲ ਸੀ 1552 ਤੋਂ 1574 ਤੱਕ ਦਾ। ਮਾਤਾ ਸੁਲੱਖਣੀ, ਪਿਤਾ ਤੇਜ਼ਭਾਨ ਭੱਲਾ। ਗੁਰਗੱਦੀ 'ਤੇ ਬੈਠਣ ਸਮੇਂ ਉਮਰ ਸੀ ਇਹਨਾਂ ਦੀ 73 ਸਾਲ। ਭੱਲਾ ਜਾਤੀ ਦੇ ਖੱਤਰੀ ਪਰਿਵਾਰ ਨਾਲ ਸੰਬੰਧਿਤ ਸੀ। ਪੁੱਤਰ ਮੋਹਨ ਅਤੇ ਮੋਰੀ, ਪੁੱਤਰੀਆਂ ਸੀ ਜੋ ਉਹਨਾਂ ਦੇ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ। ਵਿਆਹ ਹੋਇਆ ਜੀ ਇਹਨਾਂ ਦਾ ਗੁਰੂ ਅਮਰਦਾਸ ਜੀ ਦਾ 1523 ਨੂੰ ਮਨਸਾ ਦੇਵੀ ਨਾਲ। ਪਹਿਲਾਂ ਇਹ ਵੈਸ਼ਨਵ ਮੱਤ ਦੇ ਅਨੁਯਾਈ ਸੀਗੇ। ਗੰਗਾ ਇਸ਼ਨਾਨ ਲਈ ਹਰਿਦੁਆਰ ਜਾਂਦੇ ਹੁੰਦੇ ਸੀ। ਮੁੱਢਲੇ ਵਰ੍ਹਿਆਂ 'ਚ ਵਿਰੋਧ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਉਹ ਸੀ ਜੀ ਬਾਬਾ ਸ਼੍ਰੀ ਚੰਦ ਅਤੇ ਦਾਸੂ ਅਤੇ ਦਾਤੂ। ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀ ਅਤੇ ਦਾਸੂ ਅਤੇ ਦਾਤੂ ਆਪਾਂ ਪਹਿਲਾਂ ਹੀ ਪੜ੍ਹੇ ਆ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸੀ, ਜਿਨ੍ਹਾਂ ਨੇ ਵਿਰੋਧ ਕੀਤਾ ਸੀ ਗੁਰੂ ਅਮਰਦਾਸ ਜੀ ਦਾ। ਗੋਇੰਦਵਾਲ ਵਿੱਚ 1552 ਦੇ ਵਿੱਚ ਇਹਨਾਂ ਨੇ ਬਾਉਲੀ ਦਾ ਨਿਰਮਾਣ ਕਰਵਾਇਆ, ਜਿਸ ਦੀਆਂ 84 ਪੌੜੀਆਂ ਨੇ। ਇੱਕ ਇਤਿਹਾਸਿਕ ਜਗ੍ਹਾ ਬਣੀ ਹੋਈ ਆ ਅਤੇ ਇਹਨਾਂ ਦੇ ਬਾਰੇ ਜੋ ਵੀ ਕਥਾ ਕਹਾਣੀਆਂ ਪ੍ਰਚਲਿਤ ਨੇ ਉਹ ਤੁਹਾਨੂੰ ਪਤਾ ਹੀ ਹੋਣਗੀਆਂ। ਮੰਜੀ ਪ੍ਰਥਾ
ਗੁਰੂ ਅਮਰਦਾਸ ਜੀ ਨੇ ਚਲਾਈ ਸੀ, ਕਿਉਂਕਿ ਕਾफ़ੀ ਬਜ਼ੁਰਗ ਹੋ ਚੁੱਕੇ ਸੀ, ਇਹਨਾਂ ਦੀ ਉਮਰ ਬਹੁਤ ਜ਼ਿਆਦਾ ਸੀ। ਕੁੱਲ ਮੰਜੀਆਂ ਸੀ 22 ਅਤੇ ਜੋ ਮੰਜੀਆਂ ਦੇ ਮੁਖੀ ਹੁੰਦੇ ਸੀ ਉਹਨਾਂ ਨੂੰ ਮੰਜੀਦਾਰ ਕਿਹਾ ਜਾਂਦਾ ਸੀ, ਜੋ ਧਰਮ ਦਾ ਪ੍ਰਚਾਰ ਕਰਦੇ ਸੀ। 907 ਸ਼ਬਦ ਆ ਜਿਹੜੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਅਤੇ ਇਹਨਾਂ ਦੀ ਜਿਹੜੀ ਪ੍ਰਸਿੱਧ ਬਾਣੀ ਆ ਉਹ ਹੈ ਆਨੰਦ ਸਾਹਿਬ। ਆਨੰਦ ਸਾਹਿਬ 'ਚ 40 ਪੌੜੀਆਂ ਨੇ ਜੀ। ਇਸ ਤੋਂ ਇਲਾਵਾ ਪੱਟੀ, ਅਲਾਹੁਣੀਆਂ, ਸਤਵਾਰਾ, ਤਿਉਪਦੇ, ਚੌਪਦੇ, ਅਸਪਦੀਆਂ, ਸ਼ੰਤ, ਇਹ ਵੀ ਇਹਨਾਂ ਦੀ ਰਚਨਾਵਾਂ ਨੇ। 17 ਰਾਗਾਂ ਵਿੱਚ ਇਹਨਾਂ ਨੇ ਬਾਣੀ ਰਚੀ। 1559 'ਚ ਜਿਹੜੀ ਬਾਉਲੀ ਦਾ ਕੰਮ ਆ ਮੁਕੰਮਲ ਹੋ ਜਾਂਦਾ, ਅਤੇ ਜੋ ਬਾਉਲੀ ਦਾ ਕੰਮ ਸਟਾਰਟ ਕਰਵਾਇਆ ਸੀ ਉਹ ਕਰਵਾਇਆ ਸੀ ਜੀ 1552 ਦੇ ਵਿੱਚ, ਅਤੇ ਜੋ ਕੰਪਲੀਟ ਹੋ ਜਾਂਦੀ ਹੈ ਬਾਉਲੀ ਉਹ ਹੋ ਜਾਂਦੀ ਹੈ ਜੀ 1559 ਦੇ ਵਿੱਚ। ਸਮਕਾਲੀ ਮੁਗਲ ਬਾਦਸ਼ਾਹ ਅਕਬਰ ਸੀ ਇਹਨਾਂ ਦਾ। ਅੰਮ੍ਰਿਤਸਰ ਦੀ ਜ਼ਮੀਨ ਭੇਟ ਕਰੀ ਸੀ ਅਕਬਰ ਨੇ ਇਹਨਾਂ ਨੂੰ। ਗੱਦੀ ਨੂੰ ਜੱਦੀ ਬਣਾਇਆ ਗੁਰੂ ਅਮਰਦਾਸ ਜੀ ਨੇ। ਗੱਦੀ ਨੂੰ ਜੱਦੀ ਜੋ ਬਣਾਉਣ ਵਾਲੇ ਗੁਰੂ ਸੀ ਉਹ ਸੀ ਜੀ ਗੁਰੂ ਅਮਰਦਾਸ ਜੀ। ਇਹ ਬੀਬੀ ਭਾਨੀ ਜੀ ਦੇ ਵਰਦਾਨ ਮੰਗਣ ਕਰਕੇ ਉਹਨਾਂ ਨੇ ਇਹ ਵਰਦਾਨ ਦਿੱਤਾ ਸੀ ਕਿ ਜਿਹੜੀ ਗੱਦੀ ਉਹ ਜੱਦੀ ਰਹੂਗੀ। ਉੱਤਰਾਧਿਕਾਰੀ ਬਣੇ ਇਹਨਾਂ ਦੇ ਜਵਾਈ ਭਾਈ ਜੇਠਾ ਜੀ, ਜਿਨ੍ਹਾਂ ਨੂੰ ਆਪਾਂ ਗੁਰੂ ਰਾਮਦਾਸ ਜੀ ਕਰਕੇ ਜਾਣਦੇ ਹਾਂ ਜੀ। 1574 ਈਸਵੀ ਨੂੰ ਜੋਤੀ ਜੋਤ ਸਮਾ ਗਏ। ਉਸ ਸਮੇਂ ਇਹਨਾਂ ਦੀ ਉਮਰ ਸੀ 95 ਸਾਲ। ਹੁਣ ਆਪਾਂ ਗੱਲ ਕਰਾਂਗੇ ਗੁਰੂ ਰਾਮਦਾਸ ਜੀ ਦੇ ਬਾਰੇ, ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸੀ। ਗੁਰੂ ਰਾਮਦਾਸ ਜੀ ਦੇ ਨਿਯੁਕਤ ਹੋਣ ਨਾਲ ਗੁਰਗੱਦੀ ਦੀ ਜਿਹੜੀ ਪਰੰਪਰਾ ਗਈ ਉਹ ਜੱਦੀ ਹੋ ਜਾਂਦੀ ਹੈ ਜੀ। ਪਹਿਲਾ ਨਾਂ ਇਹਨਾਂ ਦਾ ਭਾਈ ਜੇਠਾ। ਜਨਮ ਹੋਇਆ 1534 ਨੂੰ ਚੂਨਾ ਮੰਡੀ ਲਾਹੌਰ। ਮਾਤਾ ਦਇਆ ਕੌਰ, ਪਿਤਾ ਹਰੀਦਾਸ ਸੋਢੀ। ਰਾਮਦਾਸ ਜੀ ਦਾ ਮੁੱਢਲਾ ਨਾਮ ਭਾਈ ਜੇਠਾ ਸੀ, ਆਪਾਂ ਕਰ ਹੀ ਚੁੱਕੇ ਹਾਂ ਜੀ। ਖੱਤਰੀਆਂ ਦੀ ਸੋਢੀ ਜਾਤੀ ਨਾਲ ਇਹ ਸੰਬੰਧ ਸੀ। ਵਿਆਹ ਇਹਨਾਂ ਦਾ ਹੋਇਆ 1553 'ਚ ਬੀਬੀ ਭਾਨੀ ਜੀ ਨਾਲ। ਬੀਬੀ ਭਾਨੀ ਜੀ ਕੌਣ ਸੀ? ਉਹ ਸੀ ਗੁਰੂ ਅਮਰਦਾਸ ਜੀ ਦੇ ਪੁੱਤਰ ਇਹਨਾਂ ਦੇ ਘਰ ਹੋਏ ਜੀ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ। ਗੁਰੂ ਰਾਮਦਾਸ ਜੀ 1574 'ਚ ਗੁਰਗੱਦੀ 'ਤੇ ਬੈਠੇ। 1574 'ਚ ਗੁਰਗੱਦੀ 'ਤੇ ਬੈਠੇ। ਰਾਮਦਾਸਪੁਰਾ ਸ਼ਹਿਰ ਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਸਿੱਖਾਂ ਅਤੇ ਦਾਸੀਆਂ ਦੇ ਵਿਚਕਾਰ ਜਿਹੜਾ ਸਮਝੌਤਾ ਕਰਵਾਉਣ ਵਾਲੇ ਗੁਰੂ ਸੀ ਉਹ ਵੀ ਗੁਰੂ ਰਾਮਦਾਸ ਜੀ ਸੀ। ਇਹ ਰਾਮਦਾਸਪੁਰਾ ਸ਼ਹਿਰ ਵਾਲਾ ਕੁਐਸਚਨ ਪਲੀਜ਼ ਧਿਆਨ ਨਾਲ ਕਰ ਲੈਣਾ। ਰਾਮਦਾਸਪੁਰਾ ਦੀ ਜਿਹੜੀ ਸਥਾਪਨਾ ਗੁਰੂ ਰਾਮਦਾਸ ਜੀ ਨੇ 1577 ਦੇ ਵਿੱਚ ਕੀਤੀ। 52 ਵਪਾਰੀਆਂ ਨੂੰ ਇੱਥੇ ਲਿਆ ਕੇ ਵਸਾਇਆ। ਅੰਮ੍ਰਿਤਸਰ, ਸੰਤੋਖਸਰ, 2 ਸਰੋਵਰ ਸੀ ਜਿਨ੍ਹਾਂ ਦੀ ਖੁਦਵਾਈ ਗੁਰੂ ਰਾਮਦਾਸ ਜੀ ਨੇ ਕਰਵਾਈ, ਅੰਮ੍ਰਿਤਸਰ ਅਤੇ ਸੰਤੋਖਸਰ। ਦੇਖਭਾਲ ਦਾ ਜਿਹੜਾ ਸਾਰਾ ਕੰਮ ਸੌਂਪਿਆ ਸੀ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ। ਮਸੰਦ ਪ੍ਰਥਾ ਦਾ ਆਰੰਭ ਕਰਨ ਵਾਲੇ ਵੀ ਗੁਰੂ ਰਾਮਦਾਸ ਜੀ ਸੀ। 679 ਸ਼ਬਦਾਂ ਦੀ ਇਹਨਾਂ ਨੇ ਰਚਨਾ ਕਰੀ। ਸਮਕਾਲੀ ਬਾਦਸ਼ਾਹ ਸੀ ਜੀ ਇਹਨਾਂ ਦੇ ਅਕਬਰ। ਗੁਰਗੱਦੀ 1581 'ਚ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੰਦੇ ਨੇ। ਇਹ 3 ਪੁੱਤਰ ਸੀ, ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ ਜੀ। ਇਹਨਾਂ ਦੀ ਜਿਹੜੀ ਮਹੱਤਵਪੂਰਨ ਰਚਨਾ ਉਹ ਹੈ ਜੀ ਲਾਵਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ, ਜੋ ਕਿ 1581 ਤੋਂ ਲੈ ਕੇ 1601 ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦਾ ਜਨਮ 15 ਅਪ੍ਰੈਲ 1563 ਗੋਇੰਦਵਾਲ ਵਿਖੇ ਹੋਇਆ। ਮਾਤਾ ਬੀਬੀ ਭਾਨੀ ਜੀ, ਪਿਤਾ ਗੁਰੂ ਰਾਮਦਾਸ ਜੀ। ਮੇਰਾ ਇਹ ਦੋਤਾ ਬਾਣੀ ਕਾ ਬੋਹਤਾ ਹੋਵੇਗਾ ਸ਼ਬਦ ਕਹੇ ਸੀ ਗੁਰੂ ਅਮਰਦਾਸ ਜੀ ਨੇ। ਕਿਹਨਾਂ ਬਾਰੇ ਕਹੇ ਸੀ? ਗੁਰੂ ਅਰਜਨ ਦੇਵ ਜੀ ਬਾਰੇ, ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੌਣ ਸਨ? ਦੋਤੇ ਸਨ। ਪ੍ਰਿਥੀ ਚੰਦ ਨੇ ਮੀਨਾ ਸੰਪਰਦਾਇ ਦੀ ਸਥਾਪਨਾ ਕਰੀ ਸੀ। ਅਨੁਯਾਈ ਜਿਹੜੇ ਸੀਗੇ ਪ੍ਰਿਥੀ ਚੰਦ ਦੇ ਮੀਨਾ ਸੰਪਰਦਾਇ ਦੇ ਸੀ ਉਹ ਕਹਿਲਾਏ ਜੀ ਮੀਨੇ। ਇਹ ਪ੍ਰਿਥੀ ਚੰਦ ਕੌਣ ਸੀ? ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਪ੍ਰਿਥੀ ਚੰਦ ਦਾ ਬੇਟਾ ਸੀ ਮਿਹਰਵਾਨ। ਮਿਹਰਵਾਨ ਦਾ ਮੁੱਢਲਾ ਨਾਮ ਸੀ ਮਨੋਹਰ ਦਾਸ। ਮਿਹਰਵਾਨ ਵਾਲੀ ਜਨਮ ਸਾਖੀ ਦਾ ਜਿਹੜਾ ਰਚਨਾਕਾਰ ਆ ਉਹ ਕੌਣ ਹੈ ਜੀ?
ਮਨੋਹਰ ਦਾਸ ਭਾਵ ਕਿ ਮਿਹਰਬਾਨ। ਹਰਿਮੰਦਰ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗੁਰੂ ਅਰਜਨ ਦੇਵ ਜੀ ਨੇ ਕੀਤੀ। ਰਾਮਦਾਸਪੁਰਾ ਜਿਹੜਾ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਉਹ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ, ਅਤੇ ਹਰਿਮੰਦਰ ਸਾਹਿਬ ਦੀ ਜਿਹੜੀ ਸਥਾਪਨਾ ਕਰੀ ਸੀ ਉਹ ਗੁਰੂ ਅਰਜਨ ਦੇਵ ਜੀ ਨੇ ਕਰੀ ਸੀ। ਤਾਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੂਫੀ ਸੰਤ ਮੀਆਂ ਮੀਰ ਨੇ 1599 'ਚ। 1604 ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਵਾਇਆ ਜੀ ਗੁਰੂ ਅਰਜਨ ਦੇਵ ਜੀ ਨੇ। ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸੀ। ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਜਿਹੜਾ ਸੰਪੂਰਨ ਹੋ ਜਾਂਦਾ 1601 ਵਿੱਚ। 1599 'ਚ ਨੀਂਹ ਰੱਖੀ ਸੀ, 1601 ਵਿੱਚ ਜਾ ਕੇ ਸੰਪੂਰਨ ਹੋ ਜਾਂਦਾ ਜੀ। ਗੁਰੂ ਅਰਜਨ ਦੇਵ ਜੀ ਨੇ ਜੋ ਨਗਰ ਵਸਾਏ ਸੀ ਉਹ ਸੀ ਤਰਨ ਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ। ਕਈ ਵਾਰ ਹਰਗੋਬਿੰਦਪੁਰ ਤੋਂ ਬੱਚੇ ਪਜ਼ਲ ਹੋ ਜਾਂਦੇ ਨੇ ਕਿ ਵੀ ਹਰਗੋਬਿੰਦਪੁਰ ਆ ਜਿਹੜਾ ਗੁਰੂ ਹਰਗੋਬਿੰਦ ਜੀ ਨੇ ਵਸਾਇਆ ਹੋਣਾ। ਨਹੀਂ ਜੀ, ਉਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਕਰਤਾਰਪੁਰ 'ਚ ਗੰਗਸਰ ਸਰੋਵਰ ਬਣਵਾਇਆ ਗੁਰੂ ਅਰਜਨ ਦੇਵ ਜੀ ਨੇ। ਹਰਗੋਬਿੰਦਪੁਰ ਨਗਰ ਦੀ ਸਥਾਪਨਾ 1595 'ਚ ਪੁੱਤਰ ਹਰਗੋਬਿੰਦ ਦੇ ਜਨਮ ਦੀ ਖੁਸ਼ੀ 'ਚ ਕੀਤੀ ਸੀ। ਸੋ ਕਨਫਿਊਜ਼ ਨਹੀਂ ਹੋਣਾ, ਕਲੀਅਰ ਹੋ ਗਿਆ ਕਿਉਂ ਕੀਤੀ ਸੀ ਸਥਾਪਨਾ ਹਰਗੋਬਿੰਦਪੁਰ ਨਗਰ ਦੀ। ਜੋ ਇਹਨਾਂ ਦਾ ਬੇਟਾ ਸੀ ਹਰਗੋਬਿੰਦ, ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ 1595 ਵਿੱਚ ਕੀਤੀ ਸੀ। ਲਾਹੌਰ ਵਿਖੇ ਬੌਲੀ ਦਾ ਨਿਰਮਾਣ ਕਰਵਾਇਆ ਗੁਰੂ ਅਰਜਨ ਦੇਵ ਜੀ ਨੇ। ਗੋਇੰਦਵਾਲ ਵਿਖੇ ਕਿਸ ਨੇ ਕਰਵਾਇਆ ਸੀ? ਗੁਰੂ ਅਮਰਦਾਸ ਜੀ ਨੇ। ਅਤੇ ਲਾਹੌਰ ਵਿਖੇ ਕਰਵਾਇਆ ਜੀ ਗੁਰੂ ਅਰਜਨ ਦੇਵ ਜੀ ਨੇ। ਮਸੰਦ ਫਾਰਸੀ ਦੇ ਸ਼ਬਦ ਮਨਸ਼ਦ ਤੋਂ ਬਣਿਆ ਜਿਸ ਦਾ ਮਤਲਬ ਹੁੰਦਾ ਉੱਚੀ ਥਾਂ। ਆਦਿ ਗ੍ਰੰਥ ਸਾਹਿਬ ਨੂੰ ਲਿਖਣ ਲਈ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਸਹਾਇਤਾ ਲਈ ਸੀ। ਭਾਵ ਕਿ ਲਿਖਿਆ ਕਿਸ ਨੇ ਸੀ? ਭਾਈ ਗੁਰਦਾਸ ਜੀ ਨੇ। ਸੋ ਯਾਦ ਰੱਖਣਾ। ਆਦਿ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ ਗਿਆ 16 ਅਗਸਤ 1604 ਨੂੰ। ਬਾਣੀ ਸ਼ਾਮਲ ਹੈ ਜੀ ਇਸ ਦੇ ਵਿੱਚ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ 9ਵੇਂ ਗੁਰੂ ਦੀ। 15 ਭਗਤਾਂ 11 ਭੱਟਾਂ ਦੀ ਬਾਣੀ ਸ਼ਾਮਲ ਹੈ। ਕੁੱਲ ਅੰਗ ਨੇ ਜੀ ਇਸ ਦੇ 1430 ਅਤੇ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਜ਼ਿਆਦਾ ਜਿਹੜੇ ਸ਼ਬਦ ਹੈ ਇਸ ਵਿੱਚ ਸ਼ਾਮਲ ਨੇ 2216। ਇਹਨਾਂ ਦੀ ਪ੍ਰਸਿੱਧ ਬਾਣੀ ਹੈ ਜੀ ਸੁਖਮਨੀ ਸਾਹਿਬ। ਭਗਤ ਬਾਣੀ 'ਚੋਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਕੁੱਲ 31 ਰਾਗ ਵਰਤੇ ਗਏ ਨੇ। ਲਿਪੀ ਗੁਰਮੁਖੀ ਹੈ। ਭਾਸ਼ਾਵਾਂ ਦਾ ਜੋ ਪ੍ਰਭਾਵ ਪਿਆ ਪੰਜਾਬੀ, ਫਾਰਸੀ, ਮਰਾਠੀ, ਸੰਸਕ੍ਰਿਤ ਦਾ ਪਿਆ। ਆਦਿ ਗ੍ਰੰਥ ਸਾਹਿਬ ਦਾ ਆਰੰਭ ਜਪਜੀ ਸਾਹਿਬ ਨਾਲ ਹੁੰਦਾ ਜੀ ਅਤੇ ਅੰਤ ਹੁੰਦਾ ਰਾਗਮਾਲਾ ਨਾਲ। ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਪੁੱਤਰ ਦਾ ਵਿਆਹ ਉਸਦੀ ਧੀ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਉਹ ਇਹਨਾਂ ਦਾ ਵਿਰੋਧੀ ਬਣ ਗਿਆ। ਸ਼ੇਖ ਅਹਿਮਦ ਸਰਹੰਦੀ ਇੱਕ ਨਕਸ਼ਬੰਦੀ ਸੰਪਰਦਾਇ ਸੀ, ਉਹਨਾਂ ਦਾ ਨੇਤਾ ਸੀ ਸ਼ੇਖ ਅਹਿਮਦ ਸਰਹੰਦੀ ਜੀ। ਰਾਜਕੁਮਾਰ ਖੁਸਰੋ ਸੀ ਜੋ ਜਹਾਂਗੀਰ ਉਸ ਸਮੇਂ ਮੁਗਲ ਸ਼ਾਸਕ ਸੀ ਉਹਨਾਂ ਦਾ ਬੇਟਾ ਸੀ ਰਾਜਕੁਮਾਰ ਖੁਸਰੋ, ਜਿਸ ਨੇ ਕਿ ਬਗਾਵਤ ਕਰ ਦਿੱਤੀ ਸੀ ਜਹਾਂਗੀਰ ਦੇ ਵਿਰੁੱਧ। ਸਿੱਖਾਂ ਦੇ ਪਹਿਲੇ ਗੁਰੂ ਸ਼ਹੀਦ ਹੋਣ ਵਾਲੇ ਗੁਰੂ ਅਰਜਨ ਦੇਵ ਜੀ ਸੀ, ਤਾਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਸਹਾਇਤਾ ਕਰੀ ਸੀ ਅਤੇ ਇਹਨਾਂ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਗਿਆ ਸੀ ਕਿ ਇਹਨਾਂ ਨੇ ਜਾਣ ਬੁੱਝ ਕੇ ਰਾਜਕੁਮਾਰ ਖੁਸਰੋ ਦੀ ਜਿਹੜੀ ਜਹਾਂਗੀਰ ਦੇ ਵਿਰੁੱਧ ਅੰਗੇਂਸਟ ਜਾ ਕੇ ਉਹਦੀ ਸਹਾਇਤਾ ਕੀਤੀ ਹੈ। 30 ਮਈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਜੀ 30 ਮਈ 1606 ਨੂੰ। ਅਕਬਰ ਦੇ ਸਮਕਾਲੀਨ ਗੁਰੂ ਅਗਰ ਆਪਾਂ ਗੱਲ ਕਰੀਏ ਕੌਣ ਕੌਣ ਸੀ? ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ। 3 ਗੁਰੂ ਸੀਗੇ ਜਿਹੜੇ ਗੁਰੂ ਉਹ ਅਕਬਰ ਦੇ ਸਮਕਾਲੀਨ ਸੀ। ਹੁਣ ਆਪਾਂ ਗੱਲ ਕਰਾਂਗੇ ਜੀ ਗੁਰੂ ਹਰਗੋਬਿੰਦ ਜੀ ਦੇ ਬਾਰੇ, ਜਿਨ੍ਹਾਂ ਦਾ ਗੁਰਗੱਦੀ ਕਾਲ ਹੈ 1606 ਤੋਂ ਲੈ ਕੇ 1645 ਤੱਕ ਦਾ ਸਮਾਂ। ਜਨਮ ਹੋਇਆ ਜੀ 1595 ਪਿੰਡ ਬਡਾਲੀ ਅੰਮ੍ਰਿਤਸਰ ਵਿੱਚ। ਮਾਤਾ ਗੰਗਾ ਦੇਵੀ
पिता गुरु अर्जन देव जी, पुत्र होए जिन्हां दे घर बाबा गुरदित्ता जी, अनी राय, अटाला राय ते तेग बहादुर। इन्हां दे घर 4 पुत्रां ने जन्म लिया सी। इन्हां दी पुत्री दा नाम सी बीरो। मीरी पीरी दी प्रथा शुरू कीती सी गुरु हरगोबिंद जी ने। राजसी ठाठ दी जड़ी पोशाक, छत्र दे चैन इन्हां ने वरते। सच्चा पातशाह दी उपाधि धारण करी। संत सिपाही बन गए। बहु गिणती ਜਿਹੜੇ ਜੱਟ ਸਿੱਖ ਸੀਗੇ ਉਹ ਧਰਮ ਵਿੱਚ, ਇਸ ਧਰਮ ਦੇ ਵਿੱਚ ਸ਼ਾਮਲ ਹੋਏ। ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ 'ਚ ਅਕਾਲ ਤਖਤ ਸਾਹਿਬ ਅਤੇ ਲੋਹਗੜ੍ਹ ਨਾਮਕ 2 ਮਹੱਤਵਪੂਰਨ ਸਥਾਨ ਬਣਵਾਏ। ਤਾਂ ਕਈ ਵਾਰ ਆ ਜਾਂਦਾ ਕੁਐਸਚਨ ਕਿ ਅਕਾਲ ਤਖਤ ਤੇ ਲੋਹਗੜ੍ਹ ਦੀ ਜਿਹੜੀ ਸਥਾਪਨਾ ਕਿਹਨਾਂ ਨੇ ਕਰਵਾਈ ਸੀ, ਤਾਂ ਉਹ ਕਰਵਾਈ ਸੀ ਗੁਰੂ ਹਰਗੋਬਿੰਦ ਜੀ ਨੇ। ਲੋਹਗੜ੍ਹ ਕਿਲ੍ਹੇ ਦੇ ਚਾਰੇ ਪਾਸੇ ਇੱਕ ਦੀਵਾਰ ਬਣਵਾਈ ਗਈ ਤਾਂ ਜੋ ਅੰਮ੍ਰਿਤਸਰ ਦੀ ਜਿਹੜੀ ਸੁਰੱਖਿਆ ਕੀਤੀ ਜਾ ਸਕੇ। ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੀ ਜਿਹੜੀ ਉਸਾਰੀ ਕਰਵਾਈ ਗਈ ਆ 1606 ਈਸਵੀ ਦੇ ਵਿੱਚ ਕਰਵਾਈ ਜੀ। ਈਸ਼ਵਰ ਦੀ ਗੋਦੀ ਅਰਥ ਸੰਪੂਰਨ 1609 ਦੇ ਵਿੱਚ ਹੋਇਆ ਜੀ। ਇਹਦਾ ਮਤਲਬ ਸੀ ਅਕਾਲ ਤਖਤ ਦਾ ਈਸ਼ਵਰ ਦੀ ਗੋਦੀ, ਅਤੇ 1606 'ਚ ਸ਼ੁਰੂ ਹੋ ਕੇ 1609 ਦੇ ਵਿੱਚ ਇਸ ਦਾ ਕੰਮ ਆ ਜਿਹੜਾ ਸੰਪੂਰਨ ਹੁੰਦਾ। ਸ਼ਸਤਰ ਤੇ ਜਿਹੜੇ ਘੋੜੇ ਭੇਂਟ ਕਰਨ ਦਾ ਹੁਕਮ ਦਿੱਤਾ ਗੁਰੂ ਹਰਗੋਬਿੰਦ ਜੀ ਨੇ। ਗੁਰੂ ਸਾਹਿਬ ਦੀ ਪਠਾਨਾਂ ਦੀ ਜਿਹੜੀ ਸੈਨਿਕ ਟੁਕੜੀ ਸੀ ਉਸ ਦਾ ਸੈਨਾ ਨਾਇਕ ਸੀ ਪੈਂਦਾ ਖਾਂ। ਸਮਕਾਲੀਨ ਮੁਗਲ ਬਾਦਸ਼ਾਹ ਸੀ ਜਹਾਂਗੀਰ ਤੇ ਸ਼ਾਹਜਹਾਂ। ਗਵਾਲੀਅਰ ਦੇ ਕਿਲ੍ਹੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਨਜ਼ਰਬੰਦ ਕੀਤਾ ਸੀ ਜੀ ਜਹਾਂਗੀਰ ਨੇ। ਜਹਾਂਗੀਰ ਇੱਕ ਬਹੁਤ ਹੀ ਸੁੰਨੀ ਕੱਟੜ ਮੁਸਲਮਾਨ ਸੀ, ਜਿਸ ਦੇ ਕਹਿਣ 'ਤੇ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਵਰਣਨ ਉਸਨੇ ਆਪਣੀ ਆਤਮ ਕਥਾ ਤੁੱਜ ਕੇ ਜਹਾਂਗੀਰੀ ਦੇ ਵਿੱਚ ਵੀ ਕੀਤਾ ਕਿ ਮੈਥੋਂ ਬਹੁਤ ਵੱਡੀ ਜਿਹੜੀ ਗਲਤੀ ਹੋ ਗਈ ਅਤੇ ਉਹਨਾਂ 'ਤੇ ਮੈਂ ਝੂਠਾ ਇਲਜ਼ਾਮ ਲਗਾਇਆ। ਇਸ ਬਾਰੇ ਜਿਹੜਾ ਵਰਣਨ ਉਹਨਾਂ ਦੀ ਤੁੱਜ ਕੇ ਜਹਾਂਗੀਰੀ 'ਚ ਵੀ ਉਹਨਾਂ ਨੇ ਕੀਤਾ। ਭਾਈ ਜੇਠਾ ਸੂਫੀ ਸੰਤ ਮੀਆਂ ਮੀਰ ਦੀ ਬੇਨਤੀ 'ਤੇ ਰਿਹਾ ਕੀਤਾ ਗਿਆ ਗੁਰੂ ਜੀ ਨੂੰ। ਬੰਦੀ ਛੋੜ ਵੀ ਇਹਨਾਂ ਨੂੰ ਕਿਹਾ ਜਾਂਦਾ। 52 ਰਾਜਿਆਂ ਨੂੰ ਇਹਨਾਂ ਨੇ ਆਪਣੇ ਨਾਲ ਰਿਹਾ ਕਰਵਾਇਆ ਸੀ। ਕੌਲਾਂ ਸੀਗੀ ਜੋ ਲਾਹੌਰ ਦੇ ਕਾਜੀ ਰੁਸਤਮ ਖਾਂ ਦੀ ਧੀ ਸੀ। ਕੌਲਾਂ ਕੌਣ ਸੀ ਕਈ ਵਾਰ ਆ ਜਾਂਦਾ, ਉਹ ਲਾਹੌਰ ਦੇ ਕਾਜੀ ਰੁਸਤਮ ਖਾਂ ਦੀ ਧੀ ਸੀ ਜੋ ਗੁਰੂ ਹਰਗੋਬਿੰਦ ਜੀ ਦੀ ਪੈਰੋਕਾਰ ਬਣੀ। ਭਾਈ ਵਿਧੀ ਚੰਦ ਗੁਰੂ ਹਰਗੋਬਿੰਦ ਜੀ ਦੇ ਸ਼ਰਧਾਲੂ ਸੀ। ਮੁਗਲਾਂ ਦੇ ਸ਼ਾਹੀ ਅਸਤਬਲ 'ਚੋਂ ਗੁਰੂ ਜੀ ਦੇ ਜਿਹੜੇ ਘੋੜੇ ਲੈ ਕੇ ਆਏ ਸੀ ਆਪਣਾ ਭੇਸ਼ ਵਟਾ ਕੇ, ਭਾਈ ਵਿਧੀ ਚੰਦ ਜੀ ਸੀ ਉਹ। ਇਹਨਾਂ ਨੇ ਲੜਾਈਆਂ ਲੜੀਆਂ ਜੀ ਜੋ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਤੇ ਫਗਵਾੜਾ ਦੀ, ਤੇ ਸਾਰੀਆਂ ਲੜਾਈਆਂ 'ਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ। ਅੰਮ੍ਰਿਤਸਰ ਦੀ ਜਿਹੜੀ ਲੜਾਈ ਹੋਈ ਉਹ ਜੀ 1634 ਦੇ ਵਿੱਚ ਕਾਰਨਬਾਜ ਸੀ, ਤੇ ਲਹਿਰਾ ਦੀ ਲੜਾਈ ਹੋਈ ਸੀ ਜੀ 1634  'ਚ ਹੀ ਹੋਈ। ਦਿਲਬਾਗ ਤੇ ਗੁਲਬਾਗ ਨਾਂ ਦੇ 2 ਘੋੜੇ ਸੀਗੇ ਕਾਰਨ। ਕਰਤਾਰਪੁਰ ਦੀ ਲੜਾਈ ਹੋਈ ਜੀ 1635 'ਚ ਬਾਬਾ ਗੁਰਦਿੱਤਾ ਜੀ ਨੇ ਤੇ ਤੇਗ ਬਹਾਦਰ ਜੀ ਨੇ। ਦੋਨਾਂ ਨੇ ਬਹੁਤ ਹੀ ਬਹਾਦਰੀ ਦੇ ਜੋਹਰ ਦਿਖਾਏ ਕਰਤਾਰਪੁਰ ਦੀ ਲੜਾਈ ਦੇ ਵਿੱਚ। ਫਗਵਾੜਾ ਦੀ ਲੜਾਈ ਹੋਈ 1635 ਵਿੱਚ, ਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 10 ਸਾਲ ਕੀਰਤਪੁਰ ਵਿਖੇ ਬਿਤਾਏ। ਉਨਿਆਈ ਬਣੇ ਕਾਂਗੜਾ, ਚੰਬਾ, ਕੁੱਲੂ, ਹਰੀਪੁਰ ਦੇ ਸ਼ਾਸਕ ਵੀ ਇਹਨਾਂ ਦੇ ਪ੍ਰਸਿੱਧ ਸ਼ਰਧਾਲੂ ਸੀਗੇ। ਇਹਨਾਂ ਦੇ ਵਿਧੀ ਚੰਦ, ਅਲਮਸਤ, ਫੂਲ, ਬਾਲੂ ਹਸਨ। ਉੱਤਰਾਧਿਕਾਰੀ ਇਹਨਾਂ ਨੇ ਆਪਣੇ ਪੋਤਰੇ ਬਾਬਾ ਗੁਰਦਿੱਤ ਜੀ ਦੇ ਛੋਟੇ ਪੁੱਤਰ ਹਰਰਾਏ ਜੀ ਨੂੰ ਬਣਾਇਆ, ਆਪਣੇ ਬੇਟਿਆਂ ਨੂੰ ਨਹੀਂ ਬਣਾਇਆ ਸੀ। ਜੋਤੀ ਜੋਤ ਸਮਾਏ ਜੀ ਇਹ 1645 ਈਸਵੀ ਵਿੱਚ ਕੀਰਤਪੁਰ ਵਿਖੇ ਹੀ, ਜਿੱਥੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਜੋ ਸਮਾਂ ਸੀ ਉਸ ਨੂੰ ਬਿਤਾਇਆ। ਨਗਰ ਇਹਨਾਂ ਨੇ ਜਿਹੜਾ ਵਸਾਇਆ ਸੀ ਉਹ ਸੀ ਜੀ ਕੀਰਤਪੁਰ। ਹਰਗੋਬਿੰਦਪੁਰ, ਕਰਤਾਰਪੁਰ ਤੇ ਤਰਨਤਾਰਨ ਗੁਰੂ ਅਰਜਨ ਦੇਵ ਜੀ ਨੇ ਵਸਾਏ ਸੀ। ਹੁਣ ਆਪਾਂ ਨੈਕਸਟ ਕਰਦੇ ਹਾਂ ਜੀ ਗੁਰੂ ਹਰਰਾਏ ਜੀ। ਗੁਰੂ ਹਰਰਾਏ ਜੀ ਦਾ ਜਨਮ 30 ਜਨਵਰੀ 1630 ਨੂੰ ਕੀਰਤਪੁਰ ਵਿਖੇ ਹੋਇਆ। ਮਾਤਾ ਬੀਬੀ ਨਿਹਾਲ ਕੌਰ, ਪਿਤਾ ਬਾਬਾ ਗੁਰਦਿੱਤਾ ਜੀ। ਗੁਰਗੱਦੀ ਕਾਲ 1645 ਤੋਂ 1661। ਇਹਨਾਂ ਨੇ ਧਰਮ ਦਾ ਪ੍ਰਚਾਰ ਕਰਨ ਲਈ ਭਾਈ ਗੋਂਦਾ ਜੀ ਨੂੰ ਕਾਬਲ, ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧਾ ਜੀ ਨੂੰ ਮੁਲਤਾਨ ਭੇਜਿਆ। ਦਾਰਾ ਸ਼ਿਕੋ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਵੱਡਾ ਪੁੱਤਰ ਸੀ ਅਤੇ ਪੰਜਾਬ ਦਾ ਉਸ ਸਮੇਂ ਗਵਰਨਰ ਸੀ। ਮਾਲਵਾ ਪ੍ਰਦੇਸ਼ ਦੇ ਫੂਲ ਬੱਚੇ ਨੂੰ ਅਮੀਰ ਹੋਣ ਦਾ ਵਰਦਾਨ ਦਿੱਤਾ ਸੀ।
ਫੂਲ ਬੱਚਾ ਸੀਗਾ ਜਿਸ ਨੂੰ ਵਰਦਾਨ ਦਿੱਤਾ ਸੀ ਗੁਰੂ ਹਰ ਰਾਏ ਜੀ ਨੇ ਅਮੀਰ ਹੋਣ ਦਾ। ਅਤੇ ਜੋਤੀ ਜੋਤ ਸਮਾਏ ਜੀ 1661 ਵਿੱਚ। ਇਹਨਾਂ ਦੇ ਉੱਤਰਾਧਿਕਾਰੀ ਬਣੇ ਹਰਕ੍ਰਿਸ਼ਨ ਜੀ। ਗੁਰੂ ਹਰ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਗੁਰਗੱਦੀ ਤੋਂ ਵਾਂਝਿਆ ਰੱਖਿਆ। ਕਿਉਂ ਰੱਖਿਆ ਸੀ? ਕਿਉਂਕਿ ਉਹਨਾਂ ਨੇ ਜੀ ਗੁਰਬਾਣੀ ਦੀ ਗਲਤ ਵਿਆਖਿਆ ਕਰ ਦਿੱਤੀ ਸੀ ਅਤੇ ਇਹਨਾਂ ਨੇ ਗੁਰੂ ਹਰਕ੍ਰਿਸ਼ਨ ਨੂੰ ਜਿਹੜੀ ਗੁਰਗੱਦੀ ਬਖਸ਼ੀ ਅਤੇ ਉਹਨਾਂ ਦਾ ਗੁਰੂ ਕਾਲ ਸੀ 1661 ਤੋਂ 1664 ਤੱਕ। ਉਹਨਾਂ ਦੀ ਉਸ ਸਮੇਂ ਉਮਰ ਸਿਰਫ 5 ਸਾਲ ਸੀ। ਜਨਮ ਗੁਰੂ ਹਰਕ੍ਰਿਸ਼ਨ ਜੀ ਦਾ ਹੋਇਆ 7 ਜੁਲਾਈ 1656 ਕੀਰਤਪੁਰ ਵਿਖੇ। ਮਾਤਾ ਸੁਲੱਖਣੀ, ਪਿਤਾ ਹਰ ਰਾਏ ਜੀ। ਬਾਲ ਗੁਰੂ ਦੇ ਨਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ। ਜੋਤੀ ਜੋਤ ਸਮਾਏ 1664 ਵਿੱਚ। ਉਸ ਸਮੇਂ ਉਹਨਾਂ ਦੀ ਉਮਰ ਸੀ 8 ਸਾਲ। ਹੁਣ ਆਪਾਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਜੀ ਦੀ। ਅਤੇ ਜੋ ਇਹਨਾਂ ਦਾ ਸੰਸਕਾਰ ਸੀਗਾ ਗੁਰੂ ਹਰਕ੍ਰਿਸ਼ਨ ਜੀ ਦਾ, ਉਹ ਦਿੱਲੀ ਵਿਖੇ ਕੀਤਾ ਗਿਆ ਸੀ। ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਕਾਲ ਸੀ ਜੀ 1664 ਤੋਂ 1675 ਤੱਕ ਦਾ। ਜਨਮ ਹੋਇਆ 1 ਅਪ੍ਰੈਲ 1621 ਅੰਮ੍ਰਿਤਸਰ ਵਿਖੇ। ਪਿਤਾ ਸੀ ਗੁਰੂ ਹਰਗੋਬਿੰਦ ਜੀ, ਮਾਤਾ ਬੇਬੇ ਨਾਨਕੀ। ਬਚਪਨ ਦਾ ਨਾਂ ਤਿਆਗਮੱਲ। ਕਰਤਾਰਪੁਰ ਦੀ ਲੜਾਈ 'ਚ ਜੋ ਆਪਾਂ ਪੜ੍ਹੀ ਆ, ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਉਹਦੇ ਵਿੱਚ ਬਹਾਦਰੀ ਵਿਖਾਉਣ ਦੇ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ। ਮੁੱਖ ਅਧਿਆਪਕ ਸੀ ਇਹਨਾਂ ਦੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ। ਵਿਆਹ ਹੋਇਆ ਗੁਜਰੀ ਜੀ ਨਾਲ। ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਜੋ ਧੀ ਸੀ ਮਾਤਾ ਗੁਜਰੀ। ਬਾਬਾ ਬਕਾਲਾ ਵਿਖੇ 20 ਵਰ੍ਹੇ ਇਹਨਾਂ ਨੇ ਭਗਤੀ ਕੀਤੀ। ਮੱਖਣ ਸ਼ਾਹ ਲਵਾਣਾ ਸੀਗਾ ਜਿਹੜਾ, ਉਹਨਾਂ ਨੇ ਸਿੱਧ ਕੀਤਾ ਕਿ ਅਸਲੀ ਗੁਰੂ ਨੇ ਸਿੱਖਾਂ ਦੇ। ਹਿੰਦ ਦੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ। ਮੁੱਢਲਾ ਵਿਰੋਧ ਜਿਹੜਾ ਇਹਨਾਂ ਦਾ ਕੀਤਾ ਗਿਆ ਸੀ, ਉਹ ਕੀਤਾ ਗਿਆ ਸੀ ਧੀਰਮਲ ਅਤੇ ਰਾਮ ਰਾਏ ਦੁਆਰਾ। ਧੀਰਮਲ ਸੀਗੇ ਜੋ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ, ਅਤੇ ਰਾਮ ਰਾਏ ਸੀ ਜੋ ਗੁਰੂ ਹਰ ਰਾਏ ਜੀ ਦਾ ਵੱਡਾ ਪੁੱਤਰ ਸੀ। ਕਹਿਲੂਰ ਜਾਂ ਬਿਲਾਸਪੁਰ ਦੀ ਰਿਆਸਤ ਵਿੱਚ ਚੱਕ ਨਾਨਕੀ ਦੀ ਨੀਂਹ ਰੱਖੀ, ਭਾਵ ਕਿ ਅਨੰਦਪੁਰ ਦੀ ਨੀਂਹ ਰੱਖੀ ਇਹਨਾਂ ਨੇ, ਜੋ ਕਿ ਅੱਜ ਕੱਲ੍ਹ ਅਨੰਦਪੁਰ ਸਾਹਿਬ ਨਾਲ ਪ੍ਰਸਿੱਧ ਹੈ, ਜਿਸ ਨੂੰ ਪਹਿਲਾਂ ਚੱਕ ਨਾਨਕੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਨੰਦਪੁਰ ਨੂੰ। ਕਸ਼ਮੀਰੀ ਪੰਡਤਾਂ ਦਾ ਦਲ ਅਨੰਦਪੁਰ ਵਿਖੇ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਆਇਆ ਸੀ 1675 ਨੂੰ, ਕਿਉਂਕਿ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਮੁਸਲਮਾਨ ਬਣਾ ਰਿਹਾ ਸੀ। ਤਾਂ ਉਹ ਮਦਦ ਦੇ ਲਈ ਕਿਸ ਕੋਲ ਆਏ ਸੀ? ਗੁਰੂ ਤੇਗ ਬਹਾਦਰ ਜੀ ਦੇ ਕੋਲ 1675 ਨੂੰ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਅਧੀਨ। ਸ਼ਹੀਦੀ ਪ੍ਰਾਪਤ ਕਰੀ ਜਿਨ੍ਹਾਂ ਨੇ 11 ਨਵੰਬਰ 1675 ਨੂੰ ਦਿੱਲੀ ਚਾਂਦਨੀ ਚੌਂਕ ਵਿਖੇ ਔਰੰਗਜ਼ੇਬ ਦੁਆਰਾ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਜੋ ਨਾਲ ਸ਼ਰਧਾਲੂ ਸਿੱਖ ਸੀ, ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਰਾਜਸੀ ਕਾਰਨਾਂ ਕਰਕੇ ਸ਼ਹੀਦ ਕੀਤਾ ਗਿਆ ਕਈ ਵਿਦਵਾਨ ਮੰਨਦੇ ਨੇ, ਅਤੇ ਉਹਨਾਂ ਦੇ ਨਾਮ ਹਨ ਜੀ ਮੁਹੰਮਦ ਲਤੀਫ, JN ਸਰਕਾਰ, ਗੁਲਾਮ ਹੁਸੈਨ ਅਤੇ ਕਨਿੰਗਮ। ਜਿਹੜੇ ਮੰਨਦੇ ਆ ਧਾਰਮਿਕ ਕਾਰਨਾਂ ਕਰਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਹ ਸੀ ਜੀ IV ਬੈਨਰਜੀ, ਮੈਕਾਲਿਫ, BS ਗੁਪਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਥਾਂ 'ਤੇ ਗੁਰਦੁਆਰਾ ਸ਼ੀਸ਼ਗੰਜ ਹੈ, ਅਤੇ ਅੰਤਮ ਸੰਸਕਾਰ ਕੀਤਾ ਜੀ ਉੱਥੇ ਰਕਾਬਗੰਜ ਹੈ। ਧਿਆਨ ਰੱਖਣਾ, ਜਿੱਥੇ ਸੰਸਕਾਰ ਕੀਤਾ ਗਿਆ ਉੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਅਤੇ ਜਿੱਥੇ ਗੁਰੂ ਜੀ ਦੀ ਸ਼ਹੀਦੀ ਹੋਈ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸੁਸ਼ੋਭਿਤ ਹੈ, ਦਿੱਲੀ ਦੇ ਵਿੱਚ ਨੇ, ਜੋ ਕਿ ਦੋਨੋਂ ਗੁਰਦੁਆਰਾ ਸਾਹਿਬ। 1675 ਤੋਂ ਲੈ ਕੇ 1708 ਤੱਕ ਦਾ ਜਿਹੜਾ ਸਮਾਂ ਗਾ, ਉਹ ਜੀ ਗੁਰਗੱਦੀ ਕਾਲ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਰੰਗਰੇਟਾ ਗੁਰੂ ਕਾ ਬੇਟਾ ਕਿਹਾ ਗਿਆ ਜੀ ਭਾਈ ਜੈਤਾ ਜੀ ਨੂੰ, ਅਤੇ ਕਿਹਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ। 10ਵੇਂ ਗੁਰੂ ਸਨ ਅਤੇ ਅੰਤਮ ਗੁਰੂ ਸੀ। ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਵਿਖੇ ਹੋਇਆ। ਮਾਤਾ ਗੁਜਰੀ ਦੇ ਘਰ, ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਆਪ ਜੀ ਦਾ ਜਨਮ ਹੋਇਆ। ਮੁੱਢਲਾ ਨਾਮ ਸੀ ਗੋਬਿੰਦ ਰਾਏ ਜਾਂ ਗੋਬਿੰਦ ਦਾਸ। ਨਾਬਾਲਿਗ ਕਾਲ 'ਚ ਜਿਹੜੇ ਇਹਨਾਂ ਦੇ ਸਰਪ੍ਰਸਤ ਰਹੇ ਜੀ, ਮਾਮਾ ਸੀ ਇਹਨਾਂ ਦੇ, ਮਾਮਾ ਜੀ ਸੀ ਕਿਰਪਾਲ ਚੰਦ, ਉਹ ਰਹੇ। ਦਸਤਾਰਬੰਦੀ ਦੀ ਜਿਹੜੀ ਇਹਨਾਂ ਦੀ ਰਸਮ ਹੋਈ ਉਹ 1671 'ਚ ਲਖਨੌਰ 'ਚ ਹੋਈ। ਦਸਤਾਰਬੰਦੀ ਇਹਨਾਂ ਦੇ ਵੱਡੇ ਮਾਮਾ ਜੀ ਮਿਹਰ ਚੰਦ ਜੀ ਨੇ। 4 ਪ੍ਰਮੁੱਖ ਅਧਿਆਪਕ ਰਹੇ, ਭਾਈ ਸਾਹਿਬ ਚੰਦ, ਪੰਡਿਤ ਹਰਜਸ, ਕਾਜੀ ਪੀਰ ਮੁਹੰਮਦ, ਭਾਈ ਵਜਰ ਸਿੰਘ ਜਿਨ੍ਹਾਂ ਨੇ ਭਾਈ ਵਜਰ ਸਿੰਘ ਜੀ ਸੀ ਜਿਨ੍ਹਾਂ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਜਿਹੜਾ ਗਿਆਨ ਇਹਨਾਂ ਨੂੰ ਦਿੱਤਾ। ਇਹਨਾਂ ਦੇ ਘਰ 4 ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਖਾਲਸਾ ਪੰਥ ਦੀ ਸਥਾਪਨਾ ਕਰੀ ਜੀ ਇਹਨਾਂ ਨੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਵਿਖੇ 1699 ਦੇ ਵਿੱਚ। ਪੌਂਟਾ ਦਾ ਕਿਲ੍ਹਾ ਬਣਵਾਇਆ। ਪੌਂਟਾ ਦਾ ਮਤਲਬ ਪੈਰ ਧਰਨ ਦੀ ਥਾਂ।
52 ਕਵੀ ਸਨ ਇਹਨਾਂ ਦੇ ਦਰਬਾਰ ਵਿੱਚ। ਸਾਹਿਤਿਕ ਪ੍ਰੇਮੀ ਸੀ ਅਤੇ ਪਾਉਂਟਾ ਸਾਹਿਬ ਇਹਨਾਂ ਦਾ ਸਾਹਿਤਿਕ ਸਰਗਰਮੀਆਂ ਦਾ ਕੇਂਦਰ ਸੀ। ਪ੍ਰਸਿੱਧ ਕਵੀ ਸੀ ਇਹਨਾਂ ਦੇ ਦਰਬਾਰ ਦੇ ਸੈਨਾਪਤ ਨੰਦ ਲਾਲ ਅਤੇ ਹੰਸਰਾਜ। ਰਣਜੀਤ ਨਗਾਰਾ ਜਿਹੜਾ ਇਹਨਾਂ ਦੇ ਨਗਾਰਾ ਵਜਾਉਂਦੇ ਸੀ ਉਸਨੂੰ ਰਣਜੀਤ ਨਗਾਰਾ ਕਿਹਾ ਜਾਂਦਾ ਸੀ, ਜੋ ਕਿ ਲੰਗਰ ਜਦੋਂ ਸ਼ੁਰੂ ਕਰਦੇ ਸੀ ਛਕਣਾ ਉਸ ਸਮੇਂ ਵਜਾਉਂਦੇ ਸੀ ਜਾਂ ਕਿਸੇ ਲੜਾਈ ਦੇ ਸਮੇਂ ਵਜਾਇਆ ਜਾਂਦਾ ਸੀ ਰਣਜੀਤ ਨਗਾਰਾ। ਭੰਗਾਣੀ ਦੀ ਲੜਾਈ 1688 'ਚ ਹੋਈ ਇਹਨਾਂ ਦੀ। ਅਨੰਦਪੁਰ ਦੀ ਪਹਿਲੀ ਲੜਾਈ 1701 'ਚ, ਨਰਮੋਹ ਦੀ 1702, ਬਸੌਲੀ ਦੀ 1704, ਸਾਹੀ ਟਿੱਬੀ ਅਤੇ ਸਿਰਸਾ ਦੀਆਂ ਲੜਾਈ ਹੋਈਆਂ 1704 'ਚ, ਚਮਕੌਰ ਸਾਹਿਬ ਦੀ ਲੜਾਈ 1704 'ਚ, ਖਿਦਰਾਣਾ ਦੀ 1705 'ਚ ਲੜਾਈ ਹੋਈ। ਭੰਗਾਣੀ ਦੀ ਲੜਾਈ 1688 ਈਸਵੀ ਦੇ ਵਿੱਚ ਹੋਈ। ਪਹਾੜੀ ਸ਼ਾਸਕਾਂ ਭੀਮ ਚੰਦ ਕਹਿਲੂਰ ਕਾਂਗੜਾ ਕਿਰਪਾਲ ਚੰਦ ਸੀ। ਭੀਮ ਚੰਦ ਸੀ ਜੋ ਕਹਿਲੂਰ ਦੇ ਸੀ, ਕਾਂਗੜਾ ਦੇ ਕਿਰਪਾਲ ਚੰਦ, ਸ਼੍ਰੀਨਗਰ ਦੇ ਫਤਿਹ ਸ਼ਾਹ, ਗੁਲੇਰ ਦੇ ਗੋਪਾਲ ਚੰਦ ਇਹਨਾਂ ਦੇ ਨਾਲ ਜੋ ਪਹਾੜੀ ਰਾਜੇ ਸੀ ਇਹਨਾਂ ਦੇ ਨਾਲ ਲੜਾਈ ਹੋਈ ਅਤੇ ਇਹਨਾਂ ਦੀ ਜਿੱਤ ਪ੍ਰਾਪਤ ਹੋਈ 1688 ਵਿੱਚ ਭੰਗਾਣੀ ਦੀ। ਸਡੋਰਾ ਦੇ ਪੀਰ ਬੁੱਧੂ ਸ਼ਾਹ ਦੇ ਸਹਿਯੋਗ ਨਾਲ ਭੰਗਾਣੀ ਦੀ ਲੜਾਈ ਜਿੱਤਣ 'ਚ ਸਫਲ ਹੋਏ ਸੀ। 1690 ਨਦੌਣ ਦੀ ਲੜਾਈ ਹੋਈ। ਅਨੰਦਪੁਰ ਦਾ ਪਹਿਲਾ ਨਾਂ ਸੀ ਮਾਖੋਵਾਲ ਅਤੇ ਚੱਕ ਨਾਨਕੀ ਵੀ ਕਿਹਾ ਜਾਂਦਾ ਸੀ, ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਮਸੰਦ ਪ੍ਰਥਾ ਦਾ ਅੰਤ ਕੀਤਾ ਇਹਨਾਂ ਨੇ ਗੁਰੂ ਗੋਬਿੰਦ ਜੀ ਨੇ, ਜੋ ਕਿ ਆਰੰਭ ਕਰੀ ਸੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ। ਪੰਜ ਪਿਆਰੇ ਜਦੋਂ ਇਹਨਾਂ ਨੇ ਅੰਮ੍ਰਿਤ ਛਕਾਇਆ, ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਹ ਸੀ ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਅਤੇ ਇਹ ਉਹਨਾਂ ਦੇ ਸਿੰਘ ਉਹਨਾਂ ਦੇ ਨਾਮ ਦੇ ਨਾਲ ਅੰਮ੍ਰਿਤ ਛਕਣ ਤੋਂ ਬਾਅਦ ਲੱਗਿਆ ਸੀ। ਅਤੇ ਜੋ ਪਹਿਲਾਂ ਜਿਵੇਂ ਦਿਆ ਰਾਮ ਉਹ ਵੀ ਆ ਸਕਦਾ ਕੁਐਸਚਨ, ਸੋ ਪਜ਼ਲ ਨਹੀਂ ਹੋਣਾ। ਚਰਨ ਅੰਮ੍ਰਿਤ ਦੀ ਥਾਂ 'ਤੇ ਖੰਡੇ ਦੀ ਪਹੁਲ ਜਿਹੜੀ ਪ੍ਰਚਲਿਤ ਕੀਤੀ ਸੀ ਇਹਨਾਂ ਨੇ। 1675 ਤੋਂ 1699 ਨੂੰ ਪੂਰਬ ਖਾਲਸਾ ਕਾਲ ਕਿਹਾ ਜਾਂਦਾ। 1699 ਤੋਂ 1708 ਦਾ ਸਮਾਂ ਜੋ ਉਸਨੂੰ ਉੱਤਰ ਖਾਲਸਾ ਕਾਲ ਦੇ ਨਾਲ ਜਾਣਿਆ ਜਾਂਦਾ ਹੈ ਜੀ। ਸਰਹੰਦ ਦਾ ਫੌਜਦਾਰ ਸੀ ਉਸ ਸਮੇਂ ਵਜ਼ੀਰ ਖਾਂ। ਵਜ਼ੀਰ ਖਾਂ ਨੇ 27 ਦਸੰਬਰ 1704 ਵਿੱਚ ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਆਹ ਡੇਟਸ ਵਿੱਚ ਥੋੜ੍ਹਾ ਕਨਫਿਊਜ਼ਨ ਹੈ, ਅਗਰ ਤੁਹਾਨੂੰ ਕੋਈ ਕਲੀਅਰ ਹੈ ਵੀ ਸ਼ੋਰ ਨੇ ਤਾਂ ਉਹ ਤੁਸੀਂ ਦੱਸ ਦੇਣਾ, ਕਿਉਂਕਿ ਕਈ ਬੁੱਕਸ 'ਤੇ ਕਿਵੇਂ ਮਿਲਦਾ ਅਤੇ ਕਈ ਜੋ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚ 27 ਦਸੰਬਰ 1704 ਹੀ ਦਿੱਤਾ ਗਿਆ, ਅਤੇ ਜੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਹ 22 ਦਸੰਬਰ 1704 ਨੂੰ ਦੱਸੀ ਗਈ ਹੈ। ਸੋ ਆਪਣੇ ਹਿਸਾਬ ਨਾਲ ਕਰ ਲੈਣਾ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਿਆ। ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਜੀ ਉਹ 22 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਲੜਾਈ ਵਿੱਚ ਹੋ ਜਾਂਦੀ ਹੈ। ਮਾਸੀਵਾੜੇ ਦੇ ਜੰਗਲਾਂ 'ਚ ਮਦਦ ਕਰੀ ਸੀ ਜੀ ਇਹਨਾਂ ਦੀ ਨਵੀ ਖਾਂ ਅਤੇ ਗਣੀ ਖਾਂ, ਦੋ ਮੁਸਲਿਮ ਭਰਾਵਾਂ ਨੇ। ਜ਼ਫਰਨਾਮਾ ਜੋ ਇਹਨਾਂ ਨੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਲਿਖੀ ਸੀ, ਫਾਰਸੀ ਭਾਸ਼ਾ 'ਚ ਮਿਲਦੀ ਹੈ, ਦੀਨਾ ਕਾਂਗੜ ਸਥਾਨ ਤੋਂ ਲਿਖੀ, ਅਤੇ ਇਹਨੂੰ ਪਹੁੰਚਾਉਣ ਦਾ ਕੰਮ ਕਰਿਆ ਸੀ ਔਰੰਗਜ਼ੇਬ ਤੱਕ ਭਾਈ ਦਇਆ ਸਿੰਘ ਨੇ। 40 ਸਿੱਖ ਜੋ ਅਨੰਦਪੁਰ ਦੀ ਦੂਜੀ ਲੜਾਈ 'ਚ ਇਹਨਾਂ ਨੂੰ ਬੇਦਾਵਾ ਲਿਖ ਕੇ ਚਲੇ ਗਏ ਸੀ, ਉਹ ਖਿਦਰਾਣੇ ਦੀ ਲੜਾਈ 'ਚ ਵਾਪਸ ਆ ਜਾਂਦੇ ਨੇ ਜੀ, ਅਤੇ ਉਹਨਾਂ ਨੂੰ ਮੁਕਤੀ ਦਾ ਵਾਰ ਦਿੱਤਾ ਖਿਦਰਾਣਾ ਵਿਖੇ, ਅਤੇ ਖਿਦਰਾਣਾ ਦਾ ਨਾਮ ਆ ਜਿਹੜਾ ਉੱਥੋਂ ਮੁਕਤਸਰ ਪੈ ਗਿਆ, ਕਿਉਂਕਿ ਇਹਨਾਂ ਨੇ 40 ਜਿਹੜੇ ਸਿੱਖ ਸੀ 40 ਮੁਕਤਿਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਉਹਨਾਂ ਨੂੰ ਮੁਕਤੀ ਦਾ ਵਰ ਦਿੱਤਾ ਸੀ। ਤਲਵੰਡੀ ਸਾਬੋ ਨਿਵਾਸ ਕੀਤਾ ਇਸ ਤੋਂ ਬਾਅਦ ਖਿਦਰਾਣੇ ਦੀ ਲੜਾਈ ਤੋਂ ਬਾਅਦ, ਜਿੱਥੇ ਕਿ ਦਮਦਮਾ ਸਾਹਿਬ ਜਾਣ ਨੂੰ ਗੁਰੂ ਕੀ ਕਾਸੀ ਦੇ ਨਾਲ ਜੋ ਕਿ ਬਹੁਤ ਪ੍ਰਸਿੱਧ ਹੋਇਆ ਤਲਵੰਡੀ ਸਾਬੋ, ਅਤੇ ਇੱਥੇ ਬਹੁਤ ਸਾਰਾ ਉਹਨਾਂ ਨੇ ਸਾਹਿਤ ਵੀ ਰਚਿਆ। ਜ਼ਫਰਨਾਮਾ, ਜਪ ਸਾਹਿਬ, ਬਚਿੱਤਰ ਨਾਟਕ, ਚੰਡੀ ਦੀ ਵਾਰ ਆਪਣੀ ਰਚਨਾਵਾਂ ਨੇ ਜੀ। ਨੰਦ ਲਾਲ ਜੋ ਇਹਨਾਂ ਦਾ ਦਰਬਾਰੀ ਕਵੀ ਸੀਗਾ ਇੱਕ, ਉਹਨਾਂ ਨੇ ਜ਼ਿੰਦਗੀਨਾਮਾ ਅਤੇ ਦੀਵਾਨ ਗੋਆ ਰਚਨਾਵਾਂ ਰਚੀਆਂ। ਸੈਨਾਪਤ ਦੀ ਰਚਨਾ ਮਿਲਦੀ ਹੈ ਗੁਰਸੋਭਾ। 6 ਅਕਤੂਬਰ 1708 ਨੂੰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੀ ਦਾ ਦਰਜਾ ਦੇ ਦਿੱਤਾ। ਆਦਿ ਗ੍ਰੰਥ ਸਾਹਿਬ ਨੂੰ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇ ਦਿੱਤਾ 6 ਅਕਤੂਬਰ 1708 ਨੂੰ, ਅਤੇ 7 ਅਕਤੂਬਰ 1708 ਨੂੰ ਜੀ ਇਹ ਜੋਤੀ ਜੋਤ ਨੰਦੇੜ ਵਿਖੇ ਸਮਾ ਜਾਂਦੇ ਨੇ। ਔਰੰਗਜ਼ੇਬ ਦੇ ਸਮਕਾਲੀ ਗੁਰੂਆਂ ਦੀ ਗੱਲ ਕਰੀਏ ਤਾਂ ਜੀ ਉਹ ਸੀ ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਮੁਗਲ ਬਾਦਸ਼ਾਹ ਸੀ ਜੀ ਔਰੰਗਜ਼ੇਬ ਅਤੇ ਬਹਾਦਰ ਸ਼ਾਹ ਪਹਿਲਾ। ਇਸ ਦੇ ਨਾਲ ਹੀ ਆਪਾਂ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਨੈਕਸਟ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਅਤੇ ਸਿੱਖ ਮਿਸਲਾਂ ਦੇ ਬਾਰੇ ਹੀ ਜਿਹੜਾ ਪੰਜਾਬ ਦਾ ਇਤਿਹਾਸ ਰਹਿ ਚੁੱਕਿਆ, ਉਸ ਦੇ ਬਾਰੇ ਜਾਣਕਾਰੀ ਪਾਰਟ 3 ਦੇ ਵਿੱਚ ਦਿੱਤੀ ਜਾਵੇਗੀ। ਆਸ ਹੈ ਕਿ ਤੁਹਾਨੂੰ ਜਿਹੜੀ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਅਗਰ ਕੋਈ ਵੀ ਸ਼ੋਧ ਕਰਨ ਵਾਲੀ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਅਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ।